ਸਭ ਤੋਂ ਪਹਿਲਾਂ ਆਪਾਂ ਅੱਜ ਤਰੀਕ ਹੈਗੀ ਹੈ 10 ਸਤੰਬਰ 2025 अर्ली मॉर्निंग इट्स 5:28 AM सो लेट्स स्टार्ट दिस लैसन फाइनांस कमीशन ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਧਿਆਨ ਦੇਣਾ ਕਿ ਇਹ 280 ਆਰਟੀਕਲ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡਸ ਫॉर ਅ ਫਾਈਨਾਂਸ ਕਮਿਸ਼ਨ ਐਜ਼ ਅ ਕੁਆਸੀ ਜੁਡੀਸ਼ੀਅਲ ਬੋਡੀ। ਸੋ ਇਹਦੇ ਵਿੱਚ ਆਪਾਂ ਨੇ ਕੁਝ ਕੁਐਸਚਨਸ ਉਰੀਓ ਲਿਖ ਲੈਣੇ, ਸੋ ਇਹਨਾਂ ਨੂੰ ਟੈਕਲ ਆਪਾਂ ਬਾਅਦ ਚੋਂ ਕਰਾਂਗੇ ਕਿ ਇਹਨਾਂ ਨੂੰ ਵਾਈ ਦਿਸ ਇਜ਼ ਲਾਈਕ ਕਾਲਡ ਕੁਆਸੀ ਜੁਡੀਸ਼ੀਅਲ ਬੋਡੀ। ਉਸ ਤੋਂ ਬਾਅਦ ਹੈਗਾ ਇਟ ਇਜ਼ ਕਨਸਟੀਟਿਊਟਡ ਬਾਈ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਐਵਰੀ 5th ਈਅਰ। ਇਹ ਵੀ ਧਿਆਨ 'ਚ ਰੱਖਣਾ ਹੈ, ਰੀਜ਼ਨ ਬਿਹਾਈਂਡ ਕਿ ਕਈ ਵਾਰ ਆ ਜਾਂਦਾ ਕਿ 6 ਸਾਲਾਂ ਬਾਅਦ ਜੀ 5 ਸਾਲਾਂ ਬਾਅਦ ਕਿੰਨੇ, ਹੈ ਨਾ। ਸੋ ਪ੍ਰੈਜ਼ੀਡੈਂਟ ਆਫ ਇੰਡੀਆ ਇਹਨਾਂ ਨੂੰ ਕਿਆ ਕਰਦੀ ਹੈ, ਬਣਾਉਂਦੀ ਹੈ, ਕਨਸਟੀਟਿਊਟ ਕਰਦੀ ਹੈ। ਸੋ ਦ ਵਰਡ ਯੂ ਹੈਵ ਟੂ ਯੂਜ਼ ਹੀਅਰ ਕਨਸਟੀਟਿਊਟ ਆਰ ਐਟ ਸੱਚ ਅਰਲੀਅਰ ਟਾਈਮ ਐਜ਼ ਹੀ ਔਰ ਸ਼ੀ ਕੰਸੀਡਰ ਨੈਸੈਸਰੀ। ਠੀਕ ਹੈ, ਜਦ ਬਣਾਉਂਦੇ ਆ ਜਦ ਉਹਨਾਂ ਨੂੰ ਲੱਗਦਾ ਪ੍ਰੈਜ਼ੀਡੈਂਟ ਨੂੰ। ਟਿਲ ਨਾਓ 15th ਫਾਈਨਾਂਸ ਕਮਿਸ਼ਨ ਹੈਵ ਬੀਨ ਕਨਸਟੀਟਿਊਟਡ। ਹੁਣ ਕਿਹੜਾ ਚੱਲ ਰਿਹਾ ਜੀ, 15ਵਾਂ ਚੱਲ ਰਿਹਾ ਹੈ। ਕਦੋਂ ਫਾਰਮ ਹੋਇਆ ਸੀਗਾ ਇਹ? 2021 'ਚ ਹੋਇਆ ਸੀਗਾ ਟਿਲ 2026। The name of the commission, the years in which they were constituted and submitted their reports, and the name of ਕਹਿੰਦੇ ਅੱਗੇ ਟੇਬਲ ਦੇਖ ਲਓ ਜੀ ਭਾਈ, ਟੇਬਲ 'ਚ ਦਿੱਤਾ ਹੋਇਆ ਹੈ। Composition, the finance commission consists of a chairman, ਠੀਕ ਹੈ ਜੀ, okay, and 4 other members, means 5 ਸਾਲ 5 years ਲਈ ਬੰਦਾ ਹੈ ਔਰ 5 ਹੀ members हैं, fine। So the one chairman, 4 other members to be appointed by the president, they hold office for such period as specified by the president in his order. They are eligible for the reappointment. This is very important line कि they are eligible for the reappointment, fine। They hold office, ਇਹ ਵੀ ਗੱਲ ਯਾਦ ਰੱਖਣੀ ਹੈ ਕਿ the period specified the president, fine। So the next is कि the constitution authorizes the parliament ਕਾਦੇ ਲਈ, to determine the qualification। So qualification ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪਾਰਲੀਮੈਂਟ ਨੂੰ ਦਿੱਤੀ ਗਈ ਹੈ of the member of the commission and the manner in which they should be selected। ਸੋ ਦੋਨੋਂ ਚੀਜ਼ਾਂ ਇੱਥੇ ਧਿਆਨ ਦੇਣ ਯੋਗ ਹੈ ਕਿ ਕੁਆਲੀਫਿਕੇਸ਼ਨ ਔਰ ਮੈਨਰ ਨੂੰ ਦੀ ਇਹ ਜ਼ਿੰਮੇਵਾਰੀ ਹੈ ਜਿਹੜੀ ਉਹ ਕਿਵੇਂ ਕਰਨਾ ਹੈ, ਇਹ ਕਿਹਨੂੰ ਦਿੱਤੀ ਗਈ ਹੈ ਜੀ, ਆਪਣੀ ਪਾਰਲੀਮੈਂਟ ਨੂੰ। ਠੀਕ ਹੈ, ਪਾਰਲੀਮੈਂਟ ਨੂੰ ਦਿੱਤੀ ਗਈ ਹੈ। ਸੋ ਅਕੋਰਡਿੰਗਲੀ ਦ ਪਾਰਲੀਮੈਂਟ ਹੈਜ਼ ਸਪੈਸੀਫਾਈਡ ਦੀ ਕੁਆਲੀਫਿਕੇਸ਼ਨ ਆਫ ਦ ਚੇਅਰਮੈਨ ਐਂਡ ਦ ਮੈਂਬਰ ਆਫ ਦੀ ਕਮਿਸ਼ਨ। ਦ ਚੇਅਰਮੈਨ ਸ਼ੁੱਡ ਬੀ ਅ ਪਰਸਨ। ਸੋ ਇੱਥੇ ਤੋਂ ਪਹਿਲੀ ਕੁਆਲੀਫਿਕੇਸ਼ਨ ਸ਼ੁਰੂ ਹੋ ਜਾਂਦੀ ਹੈ ਜੀ, ਆਪਾਂ ਲਿਖ ਲੈਂਦੇ ਹਾਂ। ਦ ਵੈਰੀ ਫਸਟ ਕੁਆਲੀਫਿਕੇਸ਼ਨ ਇਜ਼ ਰਿਟਨ ਹੀਅਰ। क्या है, द चेयरमैन शुड बी अ पर्सन हैविंग एक्सपीरियंस इन पब्लिक अफेयर्स एंड 4 अदर मैंबर्स शुड बी सिलेक्टेड फ्रॉम दी अमंगस्ट द फॉलोइंग। उन्होंने नीचे लिखी हुई है कि ਜਿਹੜੇ 4 अदर मैंबर्स ਉਹਨਾਂ 'ਚ ਤਾਂ ਇੱਕ ਜੱਜ ਹੋਣਾ ਚਾਹੀਦਾ ਕਿਹਦਾ ਜੀ, ਹਾਈ ਕੋਰਟ ਦਾ, ਔਰ 1 ਕੁਆਲੀਫਾਈਡ ਟੂ ਬੀ ਅਪਾਇੰਟਡ ਐਜ਼ 1, ਜਾਂ ਫਿਰ ਹੋਵੇ ਜੱਜ ਹਾਈ ਕੋਰਟ ਦਾ, ਜਾਂ ਫਿਰ ਉਹ 'ਚ ਇੰਨੀ ਕੁਆਲੀਫਿਕੇਸ਼ਨ ਹੋਵੇ ਕਿ ਉਹਨੂੰ ਅਪਾਇੰਟ ਕੀਤਾ ਜਾ ਸਕੇ ਜੱਜ ਆਫ ਦੀ ਹਾਈ ਕੋਰਟ। ਦੂਸਰਾ ਹੈਗਾ ਕਿ ਅ ਪਰਸਨ who has a specialized knowledge of finance and accounts of the government। ਦੋਨੇ ਚੀਜ਼ਾਂ ਹੈ, ਫਾਈਨਾਂਸ ਔਰ ਅਕਾਊਂਟ ਦੀ ਨੌਲੇਜ ਹੋਵੇ ਗਵਰਨਮੈਂਟ ਦੀ। Third one is the person who has a wide experience in financial matter and administration। ठीक है जी, experience होवे, experience knowledge इधर specialized knowledge financial matter और administration च किते काम कीता होवे। ठीक है, एक ही है पहला लिखा है वाइड द फाइनेंस कमीशन एक्ट 1951 ਲਾਈਕ ਫਿਰ ਹਾਂਜੀ, ਕਿਉਂਕਿ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਭਾਈ ਤੁਸੀਂ ਐਕਟ ਬਣਾਓ ਕੋਈ ਤਾਂ ਕੁਆਲੀਫਿਕੇਸ਼ਨ ਤੇ ਮੈਨਰ ਦਾ। ਸੋ ਅਕੋਰਡਿੰਗਲੀ ਦੇ ਹੈਵ ਮੇਡ ਦਿਸ ਐਕਟ, ਫਾਈਨਾਂਸ ਕਮਿਸ਼ਨ ਐਕਟ 1951, ਜਸਟ ਆਫਟਰ ਦੀ ਕਮੈਂਸਮੈਂਟ ਆਫ ਆਰ ਕਨਸਟੀਟਿਊਸ਼ਨ ਆਫ ਇੰਡੀਆ। ਦ ਵੈਰੀ ਫੋਰਥ ਇਜ਼ ਅ ਪਰਸਨ ਹੂ ਹੈਜ਼ ਅ ਸਪੈਸ਼ਲ ਨੌਲੇਜ ਆਫ ਇਕਨੋਮਿਕਸ। ਸੋ ਦੁਬਾਰਾ ਟੈਲੀ ਕਰ ਲੈਂਦੇ ਆ, ਜਿਹੜੇ ਚੇਅਰਮੈਨ ਸਾਹਿਬ ਹੈ ਉਹਨਾਂ ਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਪਬਲਿਕ ਅਫੇਅਰਸ ਦੇ ਵਿੱਚ, ਸਿਰਫ ਇੰਨੀ ਕੁ ਗੱਲ ਲਿਖੀ ਹੋਈ ਹੈ, ਸ਼ੁੱਡ ਬੀ ਅ ਪਰਸਨ ਹੈਵਿੰਗ ਪਬਲਿਕ ਅਫੇਅਰਸ। ਠੀਕ ਹੈ, ਦੂਸਰਾ ਹੈਗਾ ਜੱਜ ਆਫ ਹਾਈ ਕੋਰਟ। ਥਰਡ ਇਜ਼ ਅ ਪਰਸਨ ਹੂ ਹੈਜ਼ ਸਪੈਸ਼ਲ, ਕਿਉਂ ਜੱਜ, ਤਾਂ ਕਿ ਭਾਈ ਇੱਕ ਜੱਜ ਵੀ ਪਾ ਲੈਂਦੇ ਆ, ਬਾਈ ਚਾਂਸ ਅਗਰ ਸਮਥਿੰਗ ਯੂ ਨੋ ਕੁਝ ਗਲਤ ਹੋ ਰਿਹਾ ਤਾਂ ਪਹਿਲਾਂ ਹੀ ਜੱਜ ਉਸ ਚੀਜ਼ ਨੂੰ ਵਿੱਚ ਉਹਨਾਂ ਨੂੰ ਐਜ਼ ਅ ਮੈਂਬਰ ਰੱਖਦੇ ਆ, ਉਹ ਠੀਕ ਕਰ ਦੇਣ, ਹੈ ਨਾ। ਤਾਂ ਬਾਅਦ ਚੋਂ ਗੇੜੇ ਮਾਰਨੇ ਪੈਣ, ਪਤਾ ਕੀ ਹੈ ਫਾਈਲ ਤੇ ਫਾਈਲ ਹੋ ਰਿਹਾ ਕੇਸ ਜੀ ਇਹਨਾਂ ਦੇ ਖਿਲਾਫ। ਦ ਵੈਰੀ ਸੈਕੰਡ ਇਜ਼ ਅ ਪਰਸਨ, ਉਹ ਦੂਸਰੀ ਕੁਆਸੀ ਜੁਡੀਸ਼ੀਅਲ ਬੋਡੀ ਵੀ ਹੈ। ਇਹ ਵੀ ਇੱਕ ਰੀਜ਼ਨ ਹੈ ਕਿ ਇਹਦੇ ਵਿੱਚ ਇੱਕ ਹਾਈ ਕੋਰਟ ਦੇ ਜੱਜ ਨੂੰ ਰੱਖਿਆ ਗਿਆ ਹੈ। ਤੇ ਜੱਜ ਹੋ ਗਏ ਜੱਜ ਸਾਹਿਬ, ਤੇ ਆਪਣਾ ਇੱਕ ਹੋ ਗਿਆ ਸਪੈਸ਼ਲਾਈਜ਼ਡ ਨੌਲੇਜ ਆਫ ਫਾਈਨਾਂਸ ਅਕਾਊਂਟ ਆਫ ਦੀ ਗਵਰਨਮੈਂਟ, ਜਿਹਨਾਂ ਨੂੰ ਗਵਰਨਮੈਂਟ ਦੇਖੋ ਇੱਥੇ ਗਵਰਨਮੈਂਟ ਲਿਖਿਆ ਹੋਇਆ, ਪਤਾ ਵੀ ਹੋਵੇ ਗਵਰਨਮੈਂਟ ਦੇ ਅਕਾਊਂਟ ਫਾਈਨਾਂਸ ਚੱਲਦਾ ਕਿਵੇਂ ਹੈ। ਇਹਨਾਂ ਨੂੰ ਐਕਸਪੀਰੀਅੰਸ ਹੈ ਫਾਈਨਾਂਸ ਦੇ ਮੈਟਰ ਦੇ ਵਿੱਚ ਔਰ ਐਡਮਿਨਿਸਟ੍ਰੇਸ਼ਨ ਦੇ ਮੈਟਰ ਦੇ ਵਿੱਚ, ਔਰ ਸਪੈਸ਼ਲ ਨੌਲੇਜ ਆਫ ਇਕਨੋਮਿਕਸ ਦੀ ਵੀ ਹੋਣੀ ਚਾਹੀਦੀ ਹੈ ਕਿ ਅਗਰ ਉਹ ਡਿਸਟਰੀਬਿਊਸ਼ਨ ਕਰ ਰਹੇ ਹੈ ਤਾਂ ਇਹਦੇ ਨਾਲ ਕੀ ਆਪਣੀ ਕੰਟਰੀ ਕਿਵੇਂ ਗਰੋ ਹੋਊਗੀ, ਅਗਰ ਕਿਸੇ ਸਟੇਟ ਨੂੰ ਉੱਪਰ ਚੱਕਣਾ ਹੈ ਤਾਂ ਕਿਹੜੀ ਸਟੇਟ ਨੂੰ ਕਿਵੇਂ ਹਿੱਸਾ, ਮਤਲਬ ਇਹ ਸਾਰੀ ਨੌਲੇਜ ਜਿਹੜੀ ਉਹ ਇਕਨੋਮਿਕਸ 'ਤੇ ਆਊਗੀ ਕਿ ਹਾਂਜੀ ਹਾਊ ਟੂ ਯੂ ਨੋ ਡੀਲ ਵਿਦ ਡਿਵਲਪਮੈਂਟ, ਸੋ ਮੈਨੀ ਥਿੰਗਸ। फंक्शंस की हैं कि फाइनेंस कमीशन इज रिक्वायर्ड टू मेक अ रिकमेंडेशन टू दी प्रेजिडेंट ऑफ इंडिया। द डिस्ट्रीब्यूशन ऑफ क्या है, पहला फंक्शन की है जी, द डिस्ट्रीब्यूशन ऑफ नेट प्रोसीड्स ऑफ टैक्सेस। दिस इज वेरी इंपॉर्टेंट, जस्ट एज इट इज यू हैव टू लर्न। डिस्ट्रीब्यूशन की जी, नेट प्रोसीड्स ऑफ टैक्सेस टू बी शेयर्ड बिटवीन सेंटर एंड स्टेट एंड द एलोकेशंस बिटवीन द स्टेट्स ऑफ द रिस्पैक्टिव शेयर्स ऑफ सच प्रोसीड्स। मीनस वर्टिकल डिस्ट्रीब्यूशन भी करनी है। वर्टिकल डिस्ट्रीब्यूशन मीनस सेंटर टू स्टेट कितना जाऊँगा वो भी करनी है। जब एक बार स्टेट को मतलब कि पूल्ड हो गया कि कितना देना है अमाउंट, फिर वो अगे हॉरिजॉन्टल डिस्ट्रीब्यूशन भी करनी है कि हाँ जी किहड़ी स्टेट नूं कितना देना है।
ਸੋ ਲਿਖਿਆ ਹੋਇਆ ਕਿ ਹਾਂਜੀ ਨੈਟ ਪ੍ਰੋਸੀਡਸ ਆਫ ਦੀ ਟੈਕਸਿਸ ਕਰਦਾ ਹੈ। ਫਾਈਨ। ਉਸ ਤੋਂ ਬਾਅਦ ਹੈ ਕਿ ਆਪਣਾ ਦ ਵੈਰੀ ਸੈਕੰਡ ਇਜ਼ the principles that should govern the grant in aid to the states by the center out of the consolidated fund of India। ਇਹ ਚੀਜ਼ ਨੂੰ ਵੀ ਇਹੀ ਟੈਕਲ ਕਰਦੇ ਆ। ਠੀਕ ਹੈ। ਸੋ ਦੂਸਰਾ ਪੁਆਇੰਟ ਪੜ੍ਹਨ ਤੋਂ ਪਹਿਲਾਂ ਇਹ ਗੱਲ ਬਾਰ-ਬਾਰ ਆਪਾਂ ਪੜ੍ਹ ਲੈਂਦੇ ਹਾਂ ਕਿ ਹਾਂਜੀ ਇਹ ਜੋ ਫਾਈਨਾਂਸ ਕਮਿਸ਼ਨ ਹੈ ਉਹਦੀ ਡਿਊਟੀ ਹੈ to make recommendation to the President of India on the following matter। means ਇਹ ਜੋ matters हैं these are done by the President of India। ਕਿਹੜਾ ਦੂਸਰਾ ਕਿ principles that should govern the grants in aid to the states by the center for example out of the ਗ੍ਰਾਂਟ ਇਨ ਏਡ ਹੈ ਜੋ ਉਹ ਸੈਂਟਰ ਵੱਲੋਂ ਸਟੇਟ ਨੂੰ ਦਿੱਤੀ ਜਾਂਦੀ ਹੈ। ਫੋਰ ਐਗਜ਼ਾਮਪਲ ਕੋਈ ਕਿਸੇ ਨੂੰ ਐਕਸਟਰਾ ਜਿੰਨਾ ਸ਼ੇਅਰ ਉਹਦਾ ਹੈਗਾ ਏ ਨੈਟ ਪ੍ਰੋਸੀਡਸ ਆਫ ਟੈਕਸਿਸ ਤੋਂ ਇਲਾਵਾ ਜਦ ਐਕਸਟਰਾ ਦੇਣਾ ਹੁੰਦਾ ਹੈ ਤਦ ਉਹ ਕਿਹੜੇ ਪ੍ਰਿੰਸੀਪਲਸ ਦੇ ਉੱਤੇ ਦੇਣਾ ਹੈ, ਉਹ ਜੋ ਰਿਕਮੈਂਡੇਸ਼ਨ ਹੈ that is given by the finance commission to the president and further president gives it to the states through center of course। the very third is the measures needed to augment the consolidated fund। ਕਿਹੜੇ ਹਜੇ ਤਰੀਕੇ ਹੈ ਵੇਜ਼ ਹੈ ਜਿਨ੍ਹਾਂ ਨੂੰ ਮਤਲਬ ਕਿ ਜਿਨ੍ਹਾਂ ਦੀ ਜ਼ਰੂਰਤ ਹੈ ਕਾਹਦੇ ਲਈ ਵਧਾਉਣ ਲਈ augment to increase the consolidated fund of a state। we are talking about a state। ਕਿਸੇ state ਦਾ consolidated fund ਵਧਾਉਣਾ ਹੈ ਤਾਂ ਕਿ ਉਹ ਫਰਦਰ ਆਪਣੀ ਪੰਚਾਇਤ ਔਰ ਮਿਊਨਿਸਪੈਲਿਟੀਜ਼ ਨੂੰ ਰਿਸੋਰਸਿਸ ਕਰ ਸਕੇ, ਉਹਨਾਂ ਨੂੰ ਅੱਗੇ ਸ਼ੇਅਰ ਦੇ ਸਕੇ, ਪੈਸੇ ਦੇ ਸਕੇ ਬੇਸਿਕਲੀ ਇਨ ਦੀ ਸਟੇਟਸ ਔਨ ਦੀ ਬੇਸਿਸ ਆਫ ਦੀ ਰਿਕਮੈਂਡੇਸ਼ਨ ਮੇਡ ਬਾਈ ਦੀ ਸਟੇਟ ਫਾਈਨਾਂਸ ਕਮਿਸ਼ਨ। ਉਹਨਾਂ ਦੇ ਸਟੇਟ ਫਾਈਨਾਂਸ ਕਮਿਸ਼ਨ ਨੇ ਦੱਸਿਆ ਕਿ ਹਾਂਜੀ ਪੰਚਾਇਤ ਨੂੰ ਇੰਨੇ ਪੈਸੇ ਦੀ ਲੋੜ ਹੈ, ਮਿਊਨਿਸਪੈਲਿਟੀਜ਼ ਨੂੰ ਇੰਨੇ ਪੈਸੇ ਦੀ ਲੋੜ ਹੈ ਡਿਊ ਟੂ ਐਨੀ ਰੀਜ਼ਨ ਮੇ ਬੀ ਇਨਫਰਾਸਟਰਕਚਰ ਐਂਡ ਆਲ। ਸੋ ਅੱਗੇ ਜੋ ਇਸ ਚੀਜ਼ ਦੀ ਮੈਜਰਸ ਹੈ ਨੀਡਡ, ਪੈਸਾ ਉੱਪਰ ਤੋਂ ਆਊਗਾ, ਸੈਂਟਰ ਵੱਲੋਂ ਆਊਗਾ, ਸੈਂਟਰ ਤੋਂ ਸਟੇਟ ਨੂੰ ਆਊਗਾ ਐਂਡ ਸਟੇਟ ਫਰਦਰ ਡਿਵਾਈਡਡ ਇਨ ਮਿਊਨਿਸਪੈਲਿਟੀ ਐਂਡ ਦੀ ਪੰਚਾਇਤ। ਸੋ ਆ ਦਿੱਤਾ ਹੋਇਆ ਕਿ ਦਿਸ ਫੰਕਸ਼ਨ ਵਾਜ਼ ਐਡਡ। ਇਹ ਫੰਕਸ਼ਨ ਹੈ ਜਿਹੜਾ ਉਹ 73rd ਐਂਡ 74th ਕਨਸਟੀਟਿਊਸ਼ਨਲ ਅਮੈਂਡਮੈਂਟ 1992 ਦੇ ਜ਼ਰੀਏ ਇਹਨੂੰ ਐਡ ਕੀਤਾ ਗਿਆ। ਸੋ ਆਪਾਂ ਨੇ ਕਮੀ ਨਹੀਂ ਛੱਡੀ। 1991 ਦੇ ਵਿੱਚ ਆਪਣੀ LPG ਪਾਲਿਸੀ ਆਈ, ਹੁਣ LPG ਪਾਲਿਸੀ ਲਿਆਂਦੀ ਤੇ 1992 ਦੇ ਵਿੱਚ ਆਪਾਂ ਨੇ ਸੋਚਿਆ ਕਿ ਵਾਈ ਵੀ ਸ਼ੁੱਡ lag behind in ਪੰਚਾਇਤ ਐਂਡ ਮਿਊਨਿਸਪੈਲਿਟੀ। ਸੋ ਇਨ 92 we done so which have granted the constitutional status and protection on the panchayat and municipality respectively। the fourth one is on any matter referred to it by the president in interest or the of sound finance। ਇਹ ਫੰਕਸ਼ਨ ਹੈ ਉਹਦਾ ਕਿਹਦਾ ਆਪਣਾ ਫਾਈਨਾਂਸ ਕਮਿਸ਼ਨ ਦਾ ਚੌਥਾ। till 1960 the commission also suggested the I should zoom it 1960 ਤੱਕ ਕਹਿੰਦੇ ਕਮਿਸ਼ਨ ਹੈ ਜਿਹੜਾ ਉਹ ਗ੍ਰਾਂਟਸ ਸੁਜੈਸਟ ਕਰਦਾ ਸੀਗਾ ਆਸਾਮ, ਬਿਹਾਰ, ਉੜੀਸਾ, ਵੈਸਟ ਬੰਗਾਲ ਦੇ ਲਈ। ਕਾਹਦੇ ਲਈ ਐਨੀ ਈਚ ਈਅਰ ਐਕਸਪੋਰਟ ਡਿਊਟੀ ਜੋ ਵੀ ਜੂਟ ਔਰ ਜੂਟ ਪ੍ਰੋਡਕਟਸ 'ਤੇ ਲੱਗਦੀ ਸੀਗੀ ਉਹ ਦਿੱਤੀ ਜਾਂਦੀ ਸੀ। ਉਹਦੇ ਵਿੱਚ ਐਕਸਪੋਰਟ ਡਿਊਟੀ 'ਚ ਸ਼ੇਅਰ ਦਿੱਤਾ ਜਾਂਦਾ ਸੀ, ਲੇਕਿਨ ਕੁਝ ਸਾਲ ਤੱਕ ਚੱਲੀ, 10 ਸਾਲ ਚੱਲੀ, ਟੈਂਪਰੇਰੀ ਬੇਸ 'ਤੇ ਸੀਗੀ ਕਹਿੰਦੇ। ਸੋ ਉਸ ਤੋਂ ਬਾਅਦ ਦਾ ਕਮਿਸ਼ਨ ਸਬਮਿਟਸ ਇਟਸ ਰਿਪੋਰਟ ਟੂ ਦੀ ਪ੍ਰੈਜ਼ੀਡੈਂਟ। ਵੈਰੀ ਇੰਪੋਰਟੈਂਟ ਕਿ ਹਾਂਜੀ ਕਮਿਸ਼ਨ ਸਬਮਿਟ ਕਰਦਾ ਹੈ ਕਿਹਨੂੰ, ਪ੍ਰੈਜ਼ੀਡੈਂਟ ਨੂੰ। ਤਾਂ ਕੁਐਸਚਨ ਕੈਨ ਬੀ ਆਸਕਡ ਟੂ ਦੀ ਪਾਰਲੀਮੈਂਟ, ਨੋ ਨਾਟ ਟੂ ਦੀ ਪਾਰਲੀਮੈਂਟ, ਇਟਸ ਟੂ ਦੀ ਪ੍ਰੈਜ਼ੀਡੈਂਟ। ਹੀ ਔਰ ਸ਼ੀ ਲੇਜ਼ ਇਟ ਬਿਫੋਰ ਬੋਥ ਦੀ, ਮਤਲਬ ਅੱਗੇ ਪ੍ਰੈਜ਼ੀਡੈਂਟ ਜੋ ਹੈ ਉਹ ਅੱਗੇ ਰਿਪੋਰਟ ਨੂੰ ਹਾਊਸ ਆਫ ਪਾਰਲੀਮੈਂਟ ਦੇ ਸਾਹਮਣੇ ਰੱਖਦੇ ਹੈ ਅਲੋਂਗ ਵਿਦ ਦੀ ਐਕਸਪਲੇਨੇਸ਼ਨ ਮੈਮੋਰੈਂਡਮ ਐਸ ਟੂ ਦੀ ਐਕਸ਼ਨ ਟੇਕਨ ਔਨ ਇਟਸ ਰਿਕਮੈਂਡੇਸ਼ਨ। ਰਿਪੋਰਟ ਰੱਖਣ ਦੇ ਨਾਲ ਠੀਕ ਹੈ ਲਾਈਕ ਜਦ ਰਿਪੋਰਟ ਰੱਖਦੇ ਹੈ ਦੋਨੋਂ ਹਾਊਸਿਸ ਦੇ ਮੂਹਰੇ ਤਾਂ ਉਸ ਵਕਤ ਐਕਸਪਲੇਨੇਸ਼ਨ ਵੀ ਦਿੱਤੀ ਜਾਂਦੀ ਹੈ ਦਾ ਰਿਕਮੈਂਡੇਸ਼ਨ ਗਿਵਨ ਬਾਈ ਦੀ ਫਾਈਨਾਂਸ ਕਮਿਸ਼ਨ, ਉਹਨਾਂ 'ਤੇ ਆਪਾਂ ਕਿੰਨੇ ਐਕਸ਼ਨ ਲਿੱਤਾ ਹੈ ਜਾਂ ਨਹੀਂ ਲਿੱਤਾ, ਐਕਸ਼ਨ ਟੇਕਨ। ਠੀਕ ਹੈ। ਸੋ ਇਹ ਹੋ ਗਿਆ ਆਪਣਾ, ਹੁਣ ਤਾਂ ਬਹੁਤ ਬੇਸਿਕ ਜਿਹਾ ਕੰਮ ਹੈ। ਹੁਣ ਪ੍ਰੀਲਿਮਸ ਓਰੀਐਂਟਡ ਤਾਂ ਆਲਮੋਸਟ ਆਪਾਂ ਡਨ ਕਰ ਲਿਆ। ਰਿਕਮੈਂਡੇਸ਼ਨ ਬਾਈ ਦੀ ਫਾਈਨਾਂਸ ਕਮਿਸ਼ਨ ਸਿਰਫ ਐਡਵਾਈਜ਼ਰੀ ਨੇਚਰ ਦੀਆਂ ਹੁੰਦੀਆਂ ਹੈ। ਠੀਕ ਹੈ, ਇਹ ਗਵਰਨਮੈਂਟ ਦੇ ਉੱਪਰ ਬਾਈਂਡਿੰਗ ਨਹੀਂ ਹੁੰਦੀਆਂ ਹੈਗੀਆਂ। ਸੋ ਇਹ ਯੂਨੀਅਨ ਗਵਰਨਮੈਂਟ ਦੇ ਉੱਪਰ ਹੀ ਹੈ ਕਿ ਉਹ ਕਿਵੇਂ ਇੰਪਲੀਮੈਂਟ ਕਰਦੇ ਹੈ ਇਟਸ ਰਿਕਮੈਂਡੇਸ਼ਨ ਨੂੰ ਔਨ ਗਰਾਂਟਿੰਗ ਮਨੀ ਟੂ ਦੀ ਸਟੇਟਸ। ਮੀਨਸ ਇਹ ਸਿਰਫ ਐਡਵਾਈਜ਼ਰੀ ਇਨ ਨੇਚਰ ਹੈ, ਇਹ ਕੋਈ ਸਟ੍ਰਿਕਟਲੀ ਰੂਲਡ ਨਹੀਂ ਹੈ। ਅਗਰ ਉਹਨਾਂ ਨੇ ਕਹਿਤਾ ਵੀ 40% ਹੀ ਹੈ ਜਾਂ 41% ਹੀ ਹੈ, ਆਲਦੋ ਇਟ ਇਜ਼ ਅ ਕੁਆਸੀ ਜੁਡੀਸ਼ੀਅਲ ਬੋਡੀ, ਮੀਨਸ ਇਟ whatever the distribution is done by it that is fair with justice, but these recommendations are not binding. This is very important, not binding on the government. ठीक है। So to put it on in the other hand, it is nowhere laid down in the constitution that the recommendation of the commission shall be binding upon the government of India or that it would give rise to the legal right in favor of the beneficiary states to receive the ਇਹ ਕੋਈ legal right ਨਹੀਂ ਹੈਗਾ ਸਟੇਟਾਂ ਦਾ ਵੀ ਉਹ receive ਕਰਨ money recommended to be offered to them by the commission। ਇਹ ਕੋਈ ਕਿਤੇ ਵੀ ਇਹ ਗੱਲ ਨਹੀਂ ਲਿਖੀ ਹੋਈ ਕਿ ਉਹਨਾਂ ਦਾ ਇਹ ਲੀਗਲ ਰਾਈਟ ਹੈ to take the benefits from the net proceeds of tax as rightly observed by the P.V. Raja Manar, Dr. P.V. Raja Manar, the chairman of the 4th Finance Commission। since the Finance Commission ਕੀ ਕਹਿ ਰਹੇ हैं since the Finance Commission is constitutional body expected to be quasi judicial, its recommendation should not be turned down by the government of India unless there are very compelling reasons। so ਇਹ ਬਹੁਤ ਵਧੀਆ ਗੱਲ ਕਹੀ ਹੈ ਕਿ ਵਾਈ ਸ਼ੁੱਡ ਦ ਵੈਰੀ ਫਸਟ ਇਜ਼ ਵਾਈ ਸ਼ੁੱਡ ਵੀ ਰਿਗਾਰਡ ਔਰ ਰਿਸਪੈਕਟ ਫਾਈਨਾਂਸ ਕਮਿਸ਼ਨ। ਸੋ ਪਹਿਲਾ ਰੀਜ਼ਨ ਉਹ ਦੇ ਰਹੇ ਹਾਂ ਜੀ, ਇੱਕ ਤਾਂ ਕਨਸਟੀਟਿਊਸ਼ਨਲ ਬੋਡੀ ਹੈ। ਠੀਕ ਹੈ, ਤਾਂ ਕਰਕੇ ਕਿ ਕਨਸਟੀਟਿਊਸ਼ਨਲ ਬੋਡੀ ਦੀ ਇੱਜ਼ਤ ਮਾਨ ਕਰਿਆ ਜਾਵੇ। ਦ ਕਨਸਟੀਟਿਊਸ਼ਨ ਆਫ ਇੰਡੀਆ envisages the finance commission as the balancing wheel
ऑफ फिस्कल फैडरलिज्म इन इंडिया, वेरी इंपॉर्टेंट। ये ना ਉਹਦੇ ਲਈ ਜਾਂ ਇੰਟਰੋ ਜਾਂ ਕੰਕਲੂਜਨ ਲਈ ਸੋਹਣੀਆਂ ਲਾਈਨਾਂ ਹੈ। However, till 2014, its role in the central state fiscal relations was undermined by the erstwhile planning commission। ਪਹਿਲਾਂ ਜੋ ਮਤਲਬ ਕਿ ਪਲੈਨਿੰਗ ਕਮਿਸ਼ਨ ਦਾ ਜੀ ਕਹਿੰਦੇ ਉਹਦੇ ਕਰਕੇ ਇਹਦਾ ਜਿਹੜਾ ਰੋਲ ਹੈ ਉਹ ਬਹੁਤ ਹੀ ਅੰਡਰਮਾਈਂਡ ਸੀਗਾ, ਠੀਕ ਹੈ, ਇਹਨੂੰ ਮਤਲਬ ਇੱਜ਼ਤ ਨਹੀਂ ਦਿੱਤੀ ਜਾਂਦੀ। ਜੋ ਕਿ ਪਲੈਨਿੰਗ ਕਮਿਸ਼ਨ ਜੋ ਕਿ ਨੌਨ ਕੌਂਸਟੀਟਿਊਸ਼ਨ ਨੌਨ ਸਟੈਚੂਟਰੀ ਬੋਡੀ ਸੀਗੀ, ਉਹਨੂੰ ਜ਼ਿਆਦਾ ਇੱਜ਼ਤ ਦਿੱਤੀ ਜਾਂਦੀ ਤੇ ਇਹਨੂੰ ਵਿਚਾਰੇ ਨੂੰ ਦਿੱਤੀ ਨਹੀਂ ਜਾਂਦੀ। ਡਾਕਟਰ PV ਰਾਜਾ ਮਨਾਰ also observed that there was an overwhelming of function and responsibilities between the finance commission and the erstwhile planning commission in federal fiscal transfers। ਠੀਕ ਹੈ ਜੀ, ਯਾਨੀ ਕਿ ਦੋਨਾਂ ਨੂੰ ਸੇਮ ਕੰਮ ਸੌਂਪੇ ਹੋਏ ਸੀਗੇ ਤੇ ਜ਼ਿਆਦਾ ਇੱਜ਼ਤ ਉਹਦੀ ਕਰਦੇ ਸੀਗੇ, ਇਹਦੀ ਜੋ ਫਾਈਨਾਂਸ ਕਮਿਸ਼ਨ ਵਾਲੇ ਦੀ ਇਹਦੀ ਇੱਜ਼ਤ ਨਹੀਂ ਹੈਗੀ ਵਿਚਾਰੇ ਦੀ। ਫਾਈਨ। ਸੋ 2015 ਦੇ ਵਿੱਚ ਪਰ ਪਲੈਨਿੰਗ ਕਮਿਸ਼ਨ ਵਾਜ਼ ਰਿਪਲੇਸਡ ਬਾਈ ਅ ਨਿਊ ਬੋਡੀ, ਨੀਤੀ ਆਯੋਗ, ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਸੋ ਹੁਣ ਕੁਐਸਚਨ ਬਣਦਾ ਹੈ ਕਿ ਜੋ ਨੀਤੀ ਆਯੋਗ ਆਇਆ ਹੈ, ਠੀਕ ਹੈ, ਕਿਆ ਇਹਨੇ ਤਾਂ ਨਹੀਂ ਫਾਈਨਾਂਸ ਕਮਿਸ਼ਨ ਦਾ ਕੰਮ ਨੂੰ ਰਿਪਲੇਸ ਕੀਤਾ ਜਾਂ ਫਿਰ ਓਵਰਲੈਪਿੰਗ ਤਾਂ ਨਹੀਂ ਹੋ ਰਹੀ ਆਫ ਦੀ ਫੰਕਸ਼ਨਸ ਐਂਡ ਰਿਸਪੌਂਸਿਬਿਲਿਟੀ ਬਿਟਵੀਨ ਦੀ ਫਾਈਨਾਂਸ ਕਮਿਸ਼ਨ ਐਂਡ ਨੀਤੀ ਆਯੋਗ। ਹਾਊ ਨੀਤੀ ਆਯੋਗਸ ਐਂਡ finance commission's functions are different and the value importance of it and the importance of it, what should be different, what should be regarded। the next is कि ये सारे ਦਿੱਤੇ ਹੋਏ ਹੈ ਕਦੋਂ ਹੋਈ ਕਦੋਂ ਕਿਹੜੀ। ਸੋ ਹੁਣ ਤਾਂ ਜੀ ਆਪਣੀ 15 NK ਸਿੰਘ ਦੇ ਦੌਰਾਨ ਚੱਲ ਰਹੀ ਹੈ ਸਬਮਿਟਡ ਰਿਪੋਰਟ ਇਨ 2019 ਤੋਂ। ਇੰਨੇ ਦੇ ਵਿੱਚ ਕਿ 5 December 2019 ਨੂੰ ਕਮਿਸ਼ਨ ਸਬਮਿਟਡ ਇਟਸ ਫਸਟ ਰਿਪੋਰਟ ਕੰਟੇਨਿੰਗ ਦੀ ਰਿਕਮੈਂਡੇਸ਼ਨ ਫॉर द ईयर दिस to this। ਅਗੇਨ ਇਹਨੂੰ ਕਰੀ ਕਮਿਸ਼ਨ ਸਬਮਿਟਡ ਸੈਕੰਡ ਰਿਪੋਰਟ ਰਿਕਮੈਂਡੇਸ਼ਨ ਫॉर द ਪੀਰੀਅਡ this to this। ਅੱਛਾ, ਸੈਕੰਡ ਰਿਪੋਰਟ ਦੇ ਵਿੱਚ ਉਹਨਾਂ ਨੇ ਇਸ ਤੋਂ ਲੈ ਕੇ ਉਰੇ ਤੱਕ ਦੀਆਂ ਸਾਰੀਆਂ ਰਿਕਮੈਂਡੇਸ਼ਨਸ ਦੇ ਹੈਵ ਮੈਂਸ਼ਨਡ। ਸੋ ਆਪਾਂ ਉਰੇ ਤੱਕ ਕਰ ਲਿਆ, GST ਵਗੈਰਾ ਕਰ ਲਿਆ, ਇੱਕ ਵਾਰੀ ਟੈਲੀ ਕਰ ਲੈਂਦੇ ਹਾਂ। ਫਾਈਨਾਂਸ ਕਮਿਸ਼ਨ ਹੈ 280 ਦੇ ਵਿੱਚ ਆਰਟੀਕਲ 'ਚ ਲਿਖਿਆ ਹੋਇਆ ਹੈ। ਪ੍ਰੈਜ਼ੀਡੈਂਟ ਹੈ ਜੋ ਉਹ ਕੁਆਸੀ ਜੁਡੀਸ਼ੀਅਲ ਬੋਡੀ ਹੈ, ਪ੍ਰੈਜ਼ੀਡੈਂਟ 5 ਸਾਲਾਂ ਬਾਅਦ ਬਣਾਉਂਦੇ ਹੈ, ਠੀਕ ਹੈ। 5 ਮੈਂਬਰ 5 ਸਾਲਾਂ ਬਾਅਦ ਬਣਾਉਂਦੇ ਆ, 5 ਮੈਂਬਰਸ ਹੁੰਦੇ, ਇੱਕ ਚੇਅਰਮੈਨ ਹੁੰਦਾ, 4 ਹੋਰ ਹੁੰਦੇ ਹੈ, ਠੀਕ ਹੈ। ਤੇ ਦੇ ਆਰ ਐਲੀਜੀਬਲ ਫॉर ਦੀ ਰੀਅਪਾਇੰਟਮੈਂਟ। ਹਾਂਜੀ, NK ਸਿੰਘ ਹੈ ਜਿਵੇਂ ਉਹ ਦੁਬਾਰਾ ਮੈਨੂੰ ਲੱਗਦਾ ਹੋਏ ਜਿੱਥੇ ਤੱਕ ਮੇਰਾ ਧਿਆਨ ਹੈਗਾ। ਸੋ ਰੀਅਪਾਇੰਟਮੈਂਟ ਇਜ਼ ਐਲੀਜੀਬਲ। ਉਸ ਤੋਂ ਬਾਅਦ ਪਾਰਲੀਮੈਂਟ ਨੂੰ ਕੁਝ ਫੰਕਸ਼ਨ ਦਿੱਤੇ ਹੋਏ ਹੈ ਕਿ ਹਾਂਜੀ ਕੁਆਲੀਫਿਕੇਸ਼ਨ ਔਰ ਮੈਨਰ ਹੈ ਜੋ ਕੌਂਸਟੀਟਿਊਸ਼ਨ ਨੇ ਉਹ ਡਿਟਰਮਾਈਨ ਨਹੀਂ ਕਰਿਆ। ਸੋ ਇਟਸ ਦ ਰਿਸਪੌਂਸਿਬਿਲਿਟੀ ਆਫ ਦੀ ਪਾਰਲੀਮੈਂਟ ਟੂ ਡਿਫਾਈਨ ਇਟ ਅਕੋਰਡਿੰਗਲੀ। ਫਿਰ ਪਾਰਲੀਮੈਂਟ ਨੇ ਹੈ ਨਾ ਕਾਨੂੰਨ ਬਣਾਇਆ ਇਹ ਵਾਲਾ 1951 ਵਾਲਾ ਫਾਈਨਾਂਸ ਕਮਿਸ਼ਨ ਐਕਟ 1951। ਉਹਦੇ ਅਧੀਨ qualifications are mentioned, the manner of course the president appoint them, but the qualifications written, the chairman should have the experience of public affair, the other four ਪਹਿਲਾਂ ਤਾਂ ਇੱਕ ਜੱਜ ਹੋਣਾ ਚਾਹੀਦਾ ਹਾਈ ਕੋਰਟ ਦਾ ਜਾਂ ਫਿਰ ਉਹਦੀ ਕੁਆਲੀਫਿਕੇਸ਼ਨਸ ਹੋਣੀ ਚਾਹੀਦੀ to be appointed as one। ਦੂਸਰਾ ਹੈਗਾ ਕਿ ਸਪੈਸ਼ਲਾਈਜ਼ਡ ਨੌਲੇਜ ਹੋਣੀ ਚਾਹੀਦੀ ਆਫ ਫਾਈਨਾਂਸ ਐਂਡ ਅਕਾਊਂਟ ਆਫ ਦੀ ਗਵਰਨਮੈਂਟ। ਤੀਸਰਾ ਹੈਗਾ ਵਾਈਡ ਐਕਸਪੀਰੀਅੰਸ ਹੋਣਾ ਚਾਹੀਦਾ ਫਾਈਨੈਂਸ਼ੀਅਲ ਮੈਟਰ ਐਂਡ ਐਡਮਿਨਿਸਟ੍ਰੇਸ਼ਨ 'ਚ। ਚੌਥਾ ਜੀ ਇਕੋਨਮੀ ਵਾਲਾ ਕਿ ਹਾਂਜੀ ਉਹਨੂੰ ਬੰਦੇ ਨੂੰ ਇਕੋਨਮੀ ਦੀ ਨੌਲੇਜ ਹੋਣੀ ਚਾਹੀਦੀ ਹੈ। ਇਕੋਨਮੀ ਦੀ ਨੌਲੇਜ ਹੈ, ਹਾਈ ਕੋਰਟ ਦਾ ਜੱਜ ਹੈ ਤਾਂ ਸੈਂਸ ਇਹ ਤਾਂ ਬਹੁਤ ਬੇਸਿਕਲੀ ਯਾਦ ਰਹਿੰਦਾ ਹੈ। ਇੱਕ ਗਵਰਨਮੈਂਟ ਦੇ ਫਾਈਨਾਂਸ ਦੇ ਅਕਾਊਂਟ ਦੀ ਨੌਲੇਜ ਹੋਣੀ ਚਾਹੀਦੀ। ਵਾਈਡ ਐਕਸਪੀਰੀਅੰਸ ਕਿਸੇ ਫਾਈਨੈਂਸ਼ੀਅਲ ਮਾਰਕੀਟ ਐਡਮਿਨਿਸਟ੍ਰੇਸ਼ਨ ਕੈਨ ਬੀ ਆਫ ਕੰਪਨੀ ਕੈਨ ਬੀ ਆਫ ਅਦਰ ਕੰਟਰੀ ਹੋ ਸਕਦਾ ਹੈ। ਸੋ ਇਹੀ ਚੀਜ਼ ਹੈ। ਅੱਗੇ ਕੁਝ ਫੰਕਸ਼ਨਸ ਲਿਖੇ ਹੋਏ ਹੈ। ਇਹ ਵਾਲਾ ਆਇਆ ਹੈ, ਇਹ ਵਾਲਾ PYQ ਹੈ ਕੀ ਫੰਕਸ਼ਨ ਹੈ ਜਿਹੜੇ ਉਹ ਡਿਸਟ੍ਰੀਬਿਊਸ਼ਨ ਆਫ ਨੈਟ ਪ੍ਰੋਸੀਡਸ ਆਫ ਦ ਟੈਕਸ ਐਲੋਕੇਸ਼ਨ ਬਿਟਵੀਨ ਦੀ ਸਟੇਟਸ ਐਂਡ ਰਿਸਪੈਕਟਿਵ ਸ਼ੇਅਰਸ ਆਫ ਸੱਚ ਪ੍ਰੋਸੈਸਿਸ। ਅੱਗੇ ਸੈਂਟਰ ਟੂ ਸਟੇਟ ਕਰਦਾ ਹੈ ਮੀਨਸ ਵਰਟੀਕਲ ਡਿਸਟ੍ਰੀਬਿਊਸ਼ਨ ਐਂਡ ਹੋਰੀਜੈਂਟਲ ਡਿਸਟ੍ਰੀਬਿਊਸ਼ਨ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਸਬਮਿਟ ਕਰਦੇ ਆ ਰਿਪੋਰਟ ਜੀ ਪਾਰਲੀਮੈਂਟ ਦੇ ਵਿੱਚ, ਇਹ ਗੱਲ ਲਿਖੀ ਹੋਈ ਹੈ। ਔਰ ਇਹਨਾਂ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਹੈ ਉਹ ਬਾਈਂਡਿੰਗ ਨਹੀਂ ਹੁੰਦੀਆਂ ਗਵਰਨਮੈਂਟ ਦੇ ਉੱਪਰ, ਐਜ਼ ਸਿੰਪਲ ਐਜ਼ ਇਟ ਇਜ਼। ਕੌਂਸਟੀਟਿਊਸ਼ਨ 'ਚ ਕਿਤੇ ਵੀ ਇਹ ਲਿਖਿਆ ਨਹੀਂ ਪਿਆ ਕਿ ਬਾਈਂਡਿੰਗ ਹੋਣਗੀਆਂ ਤੇ ਸਟੇਟਸ ਦਾ ਕੋਈ ਲੀਗਲ ਰਾਈਟ ਵੀ ਨਹੀਂ ਹੈ ਕਿ ਇਹ ਰਿਕਮੈਂਡੇਸ਼ਨ 'ਚ ਜੋ ਵੀ ਸ਼ੇਅਰਸ ਹੈ ਦਿੱਤਾ ਗਿਆ ਹੈ ਟੈਕਸ ਦੇ ਵਿੱਚੋਂ ਦਿੱਤਾ ਹੀ ਜਾਵੇ, ਐਵੇਂ ਦਾ ਕੁਛ ਸੀਨ ਨਹੀਂ ਹੈ। ਸੋ ਵੀ ਹੈਵ ਡਨ ਦਿਸ। ਨੈਕਸਟ ਇਜ਼ ਗੁਡਸ ਐਂਡ ਸਰਵਿਸਿਜ਼ ਟੈਕਸ ਕਾਊਂਸਿਲ। ਹੈਵ ਅ ਗੁੱਡ ਡੇ। ਇਟਸ 10 September 2025 Wednesday and close the timing of this video is 8:58. Thank you. ਸੋ ਮੈਂ ਸੋਚਿਆ ਇੱਕ PYQ ਵੀ ਕਰ ਲੈਂਦੇ ਹਾਂ 2025 ਦੇ ਵਿੱਚ। 25 ਇਹ ਸੋ ਇਹ ਕੁਐਸਚਨ ਹੈਗਾ ਇਹ 2025 ਦਾ ਜੋ ਕਿ ਮੇਰਾ ਗਲਤ ਹੋ ਗਿਆ ਸੀ। ਇੰਨੀ ਬੇਵਕੂਫ ਨਹੀਂ ਮੈਂ ਬਾਕੀ ਵਾਲੇ ਡੇਟਾ ਨੂੰ ਦੇਖੀ ਗਈ, ਇਹ ਨਹੀਂ ਦੇਖਿਆ ਹੈਗਾ ਕਿ UPSC ਵਾਲੇ ਖੁਦ ਹੀ ਡੇਟਾ ਐਵੇਂ ਬਣਾ ਰਹੇ ਹੈ ਦੇ ਰਹੇ ਹੈ ਕਿ ਵੀ ਕੈਨ ਆਂਸਰ। ਸੀ ਹਾਊ which of the following statements with regard to recommendation of the 15th Finance Commission of India are correct? Of course, the 16th Finance Commission was established recently. I was unaware about it, haven't read magazines, haven't read newspaper, पता ही नहीं सी कि फाइनेंस कमीशन भी जी इंपॉर्टेंट है। दोबारा इनैगोरेट कॉन्स्टिट्यूट करे हैं प्रेजिडेंट ने, सो पढ़ के जाना सीगा 25 ਦੇ ਵਿੱਚ, नहीं पढ़ी, चलो पता ही नहीं करंट अफेयर 'ਚ है, पढ़ती ਤਾਂ ਜੇ ਪਤਾ ਹੁੰਦਾ। 15 फाइनेंस कमीशन ने देखो ਆਪਾਂ ਨੂੰ ਇਹ ਬਾਕੀ ਡੇਟਾ ਨਹੀਂ ਪਤਾ ਹੈਗਾ ਹੈ ਨਾ, ਇਹਨਾਂ ਨੂੰ ਯਾਦ ਵੀ ਨਹੀਂ ਕਰ ਸਕਦੇ। ਪਹਿਲੀ ਇਨਫੋਰਮੇਸ਼ਨ ਦੇਖੋ, इट हैज़ रिकमेंडेड grants of 4800 crores ये वो एजुकेशन आउटकम ਲਈ ਜੀ 4800 ਕਰੋੜ ਦਿੱਤਾ ਹੈ। ਅੱਛਾ, ਤੀਜੀ ਦੇਖੋ 4500 ਕਰੋੜ ਆਰ ਟੂ ਬੀ ਕੈਪਟ ਐਜ਼ ਪਰਫਾਰਮੈਂਸ ਬੇਸਡ ਇਨਸੈਂਟਿਵ ਫॉर ऑल स्टेट्स कैरिंग आउट एग्रीकल्चर रिफॉर्म्स फॉर ऑल स्टेट। ऑल ਨੂੰ ਦੇਖ ਕੇ ਦਿਮਾਗ ਥੋੜਾ ਹੈਵਿੰਗ ਕਨਫਿਊਜ਼ਨ ਕਿ ऑल ਪਤਾ ਨਹੀਂ ਹੈਗਾ ਪਤਾ ਨਹੀਂ ਹੈਗਾ। ਸੋ ਮੈਂ ਸੋਚਣ ਲੱਗ ਗਈ ਚਲੋ ਕੋਈ ਗੱਲ ਨਹੀਂ ਇਹਨੂੰ ਵੀ ਛੱਡੋ। ਚੌਥਾ ਦੇਖੋ ਇਟ ਰੀਇੰਟਰੋਡਿਊਸਡ ਟੈਕਸ ਐਫਰਟ ਕ੍ਰਾਈਟੇਰੀਆ ਟੂ ਰਿਵਾਰਡ ਫਿਸਕਲ ਪਰਫਾਰਮੈਂਸ। ਕੀਤਾ ਹੋਣਾ ਨਹੀਂ ਪਤਾ ਚਲੋ, ਬਟ ਸੀ ਦ ਸੈਕੰਡ ਸਟੇਟਮੈਂਟ
45% ऑफ द नेट प्रोसीड्स ऑफ यूनियन टैक्सेस आर टू बी शेयर्ड विद टैक्सेस। अगर मैं पढ़ती हाँ तो मैंने पता है कि ये 45 नहीं हैगा, 40% इज फॉर दी स्टेट्स एंड 1% फॉर दी जम्मू एंड कश्मीर। ये मैंने पता सी, तो दूजे ਨੂੰ ਕੱਟ ਦੀ ਦੂਜਾ ਕੱਟ ਕੇ ਸਿੱਧਾ सी आंसर आ जाना सा। सो ईजी। चलो कोई गल नहीं, मीनस हर एक चीज़ पढ़नी चाहिए, नहीं भी जरूरी हैगी, लेकिन इन्ना तो पता होना चाहिए ही सीगा 40% वाली चीज़, है ना। चलो कोई गल नहीं। 2018 क्वेश्चन आया, हाउ इज द फाइनेंस कमीशन ऑफ इंडिया कॉन्स्टिट्यूटेड, किमें कॉन्स्टिट्यूटेड किया जाता है। मैंने क्वेश्चन लिखना चाहिए वैसे, अज पढ़िया मैं फाइनेंस कमीशन। हाउ डू यू नो अबाउट द टर्म्स ऑफ रेफरेंस ऑफ द रीसेंटली कॉन्स्टिट्यूटेड फाइनेंस कमीशन, डिस्कस टर्म्स ऑफ रेफरेंस ऑफ रीसेंटली कॉन्स्टिट्यूटेड। 2018 क्वेश्चन आया है, हुणी आप 2025 का किया, यह 2023 का क्वेश्चन है कि ये कुछ दिता होया है पॉइंट्स फॉर दी हॉरिजॉन्टल टैक्स डेवल्यूशन, जो मैं थोड़ा समझाया कि वर्टिकल क्या होता है, हॉरिजॉन्टल टैक्स डेवल्यूशन। द 15th फाइनेंस कमीशन यूज्ड हाउ मैनी ऑफ द अबव क्राइटेरिया अदर दैन द पॉपुलेशन एंड द इनकम डिस्टेंस। दस रहे हैं कि ये तो 2 है, तो इलावा दसो। सो ओनली 3 है, ओनली 3 किहड़े एक तो पहला है डेमोग्राफिक परफॉर्मेंस, हाँ जी हैगा ये। फॉरेस्ट एंड इकोलॉजी ये भी हैगा है। गवर्नेंस रिफॉर्म नहीं जी, ये नहीं हैगा। स्टेबल गवर्नमेंट ये भी नहीं हैगा। टैक्स एंड फिस्कल एफर्ट ये हैगा। सो 3 आंसर सीगा, ओनली 3 इज द आंसर। ठीक है। 15 फाइनेंस कमीशन यूज्ड 3 एडिशनल क्राइटेरिया अपार्ट फ्रॉम दी पॉपुलेशन, एरिया, इनकम टैक्स। ठीक है। डेमोग्राफिक परफॉर्मेंस ते फॉरेस्ट टैक्स फिस्कल ये चीज़ां नहीं कीतियां जांदियां, ये करन दी लोड़ है मैनूं थोड़ा। 2011 ਦੇ ਵਿੱਚ क्वेश्चन आया होया है कि उस टाइम भी बनाया पे होना, ये नवा बनया होना, तां ही आया क्वेश्चन। विद रेफरेंस टू दी फाइनेंस कमीशन ऑफ इंडिया विच ऑफ द फॉलोइंग स्टेटमेंट इज करेक्ट। देखो जी केड़ी करेक्ट है, कहते जी नन, कोई नहीं करेक्ट। इट एनकरेज द इनफ्लो ऑफ फॉरेन कैपिटल फॉर इंफ्रास्ट्रक्चर डेवलपमेंट, क्या ये काम है? ये काम नहीं काटा। इट फैसिलिटेट्स दी प्रॉपर डिस्ट्रीब्यूशन ऑफ फाइनांस अमंग दी पब्लिक सैक्टर अंडरटेकिंग, ना जी सेंट्रल स्टेट दे विच डिस्ट्रीब्यूशन का काम करदी है, एंड फर्दर अमंग द स्टेट्स करदी है। इट इंश्योर ट्रांसपेरेंसी इन फाइनेंशियल एडमिनिस्ट्रेशन, ना जी दिखाती नहीं है, डिस्ट्रीब्यूशन का काम है बेसिकली। सो कोई भी ठीक नहीं है, वो सारी इंफॉर्मेशन दी गई है। 16th फाइनेंस कमीशन की डेट देख लो जी, 31 दिसंबर 2023 ਨੂੰ ਇਹ मतलब कि ਬਣਿਆ है 31 दिसंबर। सो ओबवियस ਸੀਗਾ कि 2024 ਚ ਆਵੇ क्वेश्चन, लेकिन 2024 ਚ नहीं आया, बल्कि 2025 ਚ आया क्वेश्चन। सो ये तो भी एक सीख मिलती है कि 1 साल बाद भी आता है। चेयरमैन ਇਹਦੇ जी अरविंद पानागरिया जी है, जो कि फॉर्मर वाइस चेयरमैन ऑफ नीति आयोग ਸੀਗੇ। ਤੇ ਮੈਂਡੇਟ ਕੀ ਹੈ कि टू डिफाइन द फाइनेंशियल रिलेशनशिप बिटवीन द सेंट्रल गवर्नमेंट एंड द स्टेट गवर्नमेंट फॉर द पीरियड 2026 ਤੋਂ ਲੈ ਕੇ 2031 तक। सो ਹੁਣ तक ਆਪਾਂ 3 क्वेश्चन ਕੀਤੇ हैं फाइनेंस कमीशन के उपर, प्रीलिम्स के एक मेन्स का। सॉरी मैं हुणे दसिया ना भी उत्थे 45 लिखा सीगा, वो जगह 40 नहीं सीगा। 15th फाइनेंस कमीशन दी रिकमेंडेशंस ये हैं, शेयर ऑफ स्टेट इन सेंट्रल स्टेट टैक्सेस, शेयर ऑफ स्टेट्स इन सेंट्रल टैक्सेस। द कमीशन प्रपोज्ड मेंटेनिंग द स्टेट्स शेयर इन दी सेंट्रल टैक्सेस एट कितना 41% for the year 2021 to 26 period, a slight reduction from the 42% allocating during the मतलब कि 14वीं फाइनेंस कमीशन ने 42% एलोकेट करा सी 2015 ਤੋਂ 2020 तक। एनी 1% ਦੀ एडजस्टमेंट जो है ਉਹ aims to accommodate the newly formed union territories of जम्मू कश्मीर and लद्दाख for the central resources। ਇਹ ਦ੍ਰਿਸ਼ਟੀ IAS ਵਾਲਿਆਂ ਨੇ ਵਧੀਆ ਡਿਫਾਈਨ ਕਰਿਆ ਹੋਇਆ ਹੈ। ओके 2018 ਚ ਮੇਨਸ ਚ ਆਇਆ ਸੀ, ਹੁਣ ਮੈਨੂੰ 2013 ਚ ਵੀ ਮਿਲਿਆ ਕਿ ਡਿਸਕਸ ਦੀ ਰਿਕਮੈਂਡੇਸ਼ਨ ਆਫ ਦੀ 13th फाइनेंस कमीशन which have been a departure from the previous commission for strengthening the local government finance। सो 2018 वाली लाइन ਤੇ ਹੀ ਆਇਆ ਹੈ क्वेश्चन, 2025 वाला ਤਾਂ ਆਪਾਂ ਨੇ ਡਿਸਕਸ ਕਰ ਲਿਆ ਸੀਗਾ। ਸੋ ਮੈਂ ਕੀ ਪੜ੍ਹ ਰਹੀ ਹਾਂ ਦ੍ਰਿਸ਼ਟੀ IAS ਦਾ, ਇਹ 1 ਦਿਸੰਬਰ 2024 ਨੂੰ ਕਨਸਟੀਟਿਊਟ ਕਰਿਆ ਹੈ। ਠੀਕ ਹੈ, ਮੈਨੂੰ ਲੱਗਦਾ ਡੇਟ ਇਹਨਾਂ ਨੇ ਗਲਤ ਲਿਖੀ ਹੋਈ ਹੈ। ਹੁਣ ਆਪਾਂ ਪਿੱਛੇ ਪੜ੍ਹ ਕੇ ਹਟਿਆ ਨਾ कि ग्रीन लाइट टू द टर्म्स ऑफ रेफरेंस, यह की है मेजर टर्म्स ऑफ 16 फाइनेंस की रिकमेंडेशन ऑफ 15th। सो यह कुछ है, चलो कोई ना। सो रिसेंटली 16th फाइनेंस कमीशन जो फॉर्म हो चुका है, ये मैं न्यूज़ पढ़ रही 5 मई 2025 की। इनसाइट IAS वालों की, एज स्टेट्स डिमांड ग्रेटर फिजिकल ऑटोनॉमी एंड लार्जर शेयर ऑफ द डिविजिबल टैक्स पूल, द 16th फाइनेंस कमीशन फेसेस कॉम्पलैक्स चैलेंजेस अबाउट 16 फाइनेंस कमीशन दिता होया 280 आर्टिकल इन दिसंबर 2023 फॉर्म कराया 31 दिसंबर बेसिकली। So recommended tax devolution, fiscal federalism reforms for 2026 to 2031। current structure of devolution क्या है, fixed at 41% by the 15th finance commission, reduced from 42 post जम्मू कश्मीर पे पढ़ लिया। de facto share की है, states receive only 32% of the central gross tax revenue due to the rise in the cess surcharge, not shareable। very important line है वैसे, not shareable। ये मैंने सॉरी घट समझ आ रही है क्योंकि मैंने cess surcharge इन्हां दी थोड़ा डीप पढ़न दी लोड़ है। सो डिमांड करते हैं वो कि सन 50% दिता जाए स्टेटां वालियां, है ना। कंस्ट्रेंट की है, टाइड क्वालिटी वधिया दिता होया। हाँ 2019 भी आया है, ओ माय गॉड। सो द पब्लिक एक्सपेंडिचर मैनेजमेंट इज अ चैलेंज टू दी गवर्नमेंट ऑफ इंडिया इन कंटेक्सट ऑफ बजट मेकिंग ड्यूरिंग दी पोस्ट लिबरलाइजेशन पीरियड, क्लैरिटी इट। सो गुड क्वेश्चन, इन्हां दा मैनूं चीज़ वैसे वधिया लगदी है।
ਸੋ ਮੈਨੂੰ ਜਦ ਆਪਣੇ ਫਾਈਨਾਂਸ ਕਮਿਸ਼ਨ ਦੇ ਨੋਟਸ ਬਣਾਉਣੇ ਚਾਹੀਦੇ ਹੈ ਮੇਨਸ ਪੁਆਇੰਟ ਆਫ ਵਿਊ ਤੋਂ, ਤਾਂ ਮੈਨੂੰ PMFIS ਮੈਨੂੰ ਇਸ ਟਾਈਮ ਇਸ ਵੇਲੇ 10 ਸਤੰਬਰ 2025 ਨੂੰ ਇਹ ਵਧੀਆ ਲੱਗੀ। ਬਾਕੀ ਵੀ ਪੜ੍ਹੀਆਂ ਮੈंने, ਬਟ ਇਹਨੇ ਹੈ ਨਾ ਜ਼ਿਆਦਾ ਮਤਲਬ ਕਿ ਬ੍ਰੇਕ ਡਾਊਨ ਕਰਕੇ ਹੈਂਡਲ ਕੀਤੀ ਹੋਈ ਹੈ ਚੀਜ਼। ਕੰਟੈਕਸ ਦੱਸਿਆ ਹੋਇਆ ਹੈ ਨਾ। ਪਹਿਲਾਂ ਸ਼ੁਰੂ 'ਚ ਜੋ ਲక్ష్ਮੀਕਾਂਤ 'ਚ ਇਨਫੋਰਮੇਸ਼ਨ ਦਿੱਤੀ, ਆਹ ਵਾਲੀ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ, ਇਹ ਵਾਲੀ ਤਾਂ ਸਾਰੀ ਉੱਥੇ ਹੋਇਆ ਹੈ ਨਾ। ਕੁਆਲੀਫਿਕੇਸ਼ਨ ਵੀ ਲక్ష్ਮੀਕਾਂਤ 'ਚ ਦਿੱਤੀ, ਰეკਮੈਂਡੇਸ਼ਨ ਵੀ ਇਹ ਵੀ ਸਟੇਟ ਫਾਈਨਾਂਸ ਕਮਿਸ਼ਨ ਦਾ ਵਧੀਆ ਦਿੱਤਾ ਹੋਇਆ ਕਿ ਹਾਂਜੀ ਇਹ ਵੀ ਨਾਲ ਦੀ ਨਾਲ ਦੱਸਦਾ ਕਿ ਇਹ ਸਟੇਟ ਫਾਈਨਾਂਸ ਕਮਿਸ਼ਨ ਐਸਟੈਬਲਿਸ਼ਡ ਅੰਡਰ ਦੀ 73rd 74th ਕਨਸਟੀਟਿਊਸ਼ਨ ਅਮੈਂਡਮੈਂਟ 1992 ਹੈ ਨਾ, ਉਹਦੇ ਅੰਡਰ ਮਤਲਬ ਐਸਟੈਬਲਿਸ਼ ਕੀਤਾ ਗਿਆ। ਕਨਸਟੀਟਿਊਸ਼ਨ 'ਚ ਨਹੀਂ ਸੀਗਾ ਇਹ ਚੀਜ਼, ਇਹ ਦੱਸਿਆ ਗਿਆ ਵੀ ਇਨੀਸ਼ੀਅਲੀ ਨਹੀਂ ਸੀ। 16th ਫਾਈਨਾਂਸ ਕਮਿਸ਼ਨ ਬਾਰੇ ਦੱਸਿਆ ਗਿਆ, ਟਰਮਸ ਆਫ ਰੈਫਰੈਂਸ ਯਾਨੀ ਕਿ ਉਹਨਾਂ ਨੇ ਕੀ ਕਰਨਾ ਅੱਗੇ ਹੈ ਨਾ, ਉਹਦੇ ਬਾਰੇ ਦੱਸਿਆ ਗਿਆ। ਮੈਂਡੇਟ ਆਫ 16th ਫਾਈਨਾਂਸ ਕਮਿਸ਼ਨ, ਇਸ਼ੂਜ਼ ਇਨ ਫਾਈਨੈਂਸ਼ੀਅਲ ਰੈਵੋਲੂਸ਼ਨ 'ਚ 15 ਫਾਈਨਾਂਸ ਕਮਿਸ਼ਨ ਜੋ ਕਰਕੇ ਗਏ ਆ, ਉਹਨਾਂ ਦੇ ਕੁਛ ਉਹਨਾਂ 'ਚ ਕੀ ਇਸ਼ੂਜ਼ ਹੈ ਨਾ, ਉਹ ਸਾਰਾ ਕੀਤਾ ਹੋਇਆ। ਇਹਦੇ ਵਿੱਚ ਇਸ਼ੂਜ਼ ਵਿਦ ਦੀ ਕਰੰਟ ਡਿਸਟ੍ਰੀਬਿਊਸ਼ਨ ਪॉलिसीज ਅੱਜ ਜੋ ਚੱਲ ਰਹੀ ਹੈ ਉਹ ਦੱਸੋ, ਤੇ ਉਹ 'ਚ ਪ੍ਰੋਬਲਮ ਕੀ ਹੈ, ਚੈलेंजेस ਦੱਸ ਰਹੇ हैं प्रोग्रेसिव स्टेट्स के लिए क्या चैलेंजेस हैं, बेसिस क्या है एलोकेशन फॉर द पीरियड लाइक प्रीवियस फाइनेंस कमीशन, वो किस बेसिस ਤੇ एलोकेशन ਕਰਦੇ हैं। ਤੁਹਾਨੂੰ ਪਤਾ 2023 ਤੇ ਉਹਦੇ ਵਿੱਚ ਕੁਐਸਚਨ ਵੀ ਆਇਆ ਸੀਗਾ ਹੋਰੀਜ਼ੋਨਟਲ ਰੈਵੋਲੂਸ਼ਨ ਤੇ ਹੈ ਨਾ। ਸੋ ਆਹ ਸਾਰੀ ਜੋ ਵੀ ਕ੍ਰਾਈਟੇਰੀਆ ਇਹ ਪਿਕਚਰ 'ਚ ਦਿੱਤਾ ਹੋਇਆ ਮੈਨੂੰ ਇਹ ਸਾਰਾ ਯਾਦ ਹੋਣਾ ਚਾਹੀਦਾ। ਇਨਕਮ ਡਿਸਟੈਂਸ, ਪੋਪੂਲੇਸ਼ਨ, ਏਰੀਆ, ਫੋਰੈਸਟ ਕਵਰ, ਫੋਰੈਸਟ ਇਕੋਲੋਜੀ, ਇਨਫਰਾਸਟ੍ਰਕਚਰ ਇੰਡੈਕਸ, ਫਿਸਕਲ ਡਿਸਿਪਲਿਨ, ਡੈਮੋਗ੍ਰਾਫਿਕ परफॉर्मेंस, टैक्स एफर्ट सॉरी। सो नीड फॉर प्रोग्रेसिव रिसोर्स एलोकेशन, वे फॉरवर्ड की होना चाहिए। वर्टिकल फिजिकल इंबैलेंस ठीक है की है कि टैकल करिए। इंपॉर्टेंस की है रिड्यूसिंग दी वर्टिकल फिजिकल इंबैलेंस जो मतलब रिड्यूस करिए, तो की इंपॉर्टेंस है। रोल ऑफ फाइनेंस कमीशन इन एड्रेसिंग VFI यानी कि वर्टिकल फिजिकल इंबैलेंस, मैजरिंग रिकमेंडेशन फॉर दी 16th फाइनेंस कमीशन, ये रिकमेंडेशंस हैं। सो ये सारिया चीज़ों डील करने, 2 क्वेश्चन आप मीनस के ऑलरेडी थोड़ा समझाते कि जो क्वेश्चन आते हैं। सो अज लिए नहीं।